दुनिया से कमाई है, फिर दुनिया से कमाई है, फिर दुनिया, फिर दुनिया, फिर दुनिया से कमाई है, फिर दुनिया से कमाई है।
ਰਾਖ ਪਿਤਾ ਰਾਮ ਮੇਰੇ ਰਾਖ ਪਿਤਾ ਰਾਮ ਕਰ ਤਰਹਾਰਿਓ ਅੰਕ ਬਹਾਰਿਓ
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਅੰਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਦਾ, ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਸੇਵਕ ਪਰਿਵਾਰ ਸਰਦਾਰ ਗੁਰਚਰਨ ਸਿੰਘ ਜੀ ਨੌਰਵੇ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਕੈਪਟਨ ਜਗਤ ਸਿੰਘ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵਰਸੀ ਮਨਾਉਂਦਿਆਂ ਅੱਜ ਦੇ ਜੋ ਸਮਾਗਮ ਸਵੇਰੇ ਵੇਲੇ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹਨਾਂ ਨੇ ਬਰਾਗਮਈ ਕੀਰਤਨ ਉਪਰੰਤ ਵਿਚਾਰਾਂ ਦੇ ਨਾਲ ਸਾਂਝ ਪਾਈ ਹੈ। ਸੋ ਆਪ ਸਾਰੀਆਂ ਸੰਗਤਾਂ ਜਿੰਨੇ ਵੀ ਆਪ ਜੀ ਦੂਰੋਂ ਨੇੜੋਂ ਚੱਲ ਕੇ ਇੱਥੇ ਪਹੁੰਚੇ ਹੋ, ਇਸ ਗਰਮੀ ਦੇ ਮੌਸਮ ਦੇ ਵਿੱਚ ਫਿਰ ਵੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਮੁੱਚੇ ਤੌਰ 'ਤੇ ਸਾਰਿਆਂ ਦਾ ਹੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਪੱਤਰਕਾਰਾਂ ਦੇ ਤੌਰ 'ਤੇ ਜੋ ਸ਼ਖਸੀਅਤਾਂ ਪਹੁੰਚੀਆਂ ਹਨ, ਸਰਦਾਰ ਸੁਖਦੇਵ ਸਿੰਘ ਜੀ ਉੜਾਪੜ ਤੋਂ, ਚੀਫ ਦੁਆਬਾ ਚੜ੍ਹਦੀ ਕਲਾ ਟਾਈਮ TV, ਸਿੰਜੀ ਲੜੋਆ ਜਗਬਾਣੀ ਤੋਂ ਅਤੇ ਸੇਲਕਿਆਣਾ ਤੋਂ ਬੱਗਾ ਜੀ, ਦੈਨਿਕ ਜਾਗਰਣ ਅਤੇ ਆਪਣੇ ਹੀ ਇਲਾਕੇ ਤੋਂ ਜੋ ਅਜੀਤ ਅਖਬਾਰ ਦੇ ਪੱਤਰਕਾਰ ਲਖਵੀਰ ਸਿੰਘ ਜੀ ਜੋ ਕਿ ਇਸ ਪ੍ਰੋਗਰਾਮ ਦਾ ਵੀ ਦੇਖ ਰੇਖ ਕਰ ਰਹੇ ਹਨ। ਹੋਰ ਵੀ ਸ਼ਖਸੀਅਤਾਂ ਜਿਹੜੀਆਂ ਧਾਰਮਿਕ ਅਤੇ ਸਿਆਸੀ ਜਿੰਨੇ ਵੀ ਇੱਥੇ ਪਹੁੰਚੇ ਹੋ, ਸਾਰਿਆਂ ਦਾ ਹੀ ਸਮੁੱਚੇ ਤੌਰ 'ਤੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਸਾਰੇ ਬੁਲਾਰੇ ਪਹੁੰਚੇ ਹਨ, ਪਰ ਗਰਮੀ ਹੋਣ ਕਰਕੇ ਮੌਸਮ ਜ਼ਿਆਦਾ ਗਰਮ ਹੈ, ਇਸ ਕਰਕੇ ਜੋ ਸਮੇਂ ਦੀ ਘਾਟ ਹੈ ਸੋ ਉਹਨਾਂ ਨੂੰ ਖਿਮਾ ਚਾਹਾਂਗੇ। 2-4 ਮਿੰਟ ਵਾਸਤੇ ਜੋ ਕਿ ਕੈਪਟਨ ਜਗਤ ਸਿੰਘ ਜੀ ਆਪ ਜੀ ਸਾਰੇ ਉਹਨਾਂ ਦੇ ਬਾਰੇ ਵਿੱਚ ਜਾਣਦੇ ਹੋ, ਫਿਰ ਵੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੋਣ ਕਰਕੇ ਉਹਨਾਂ ਦੇ ਜੀਵਨ ਬਾਰੇ ਵਿੱਚ, ਕਿਉਂਕਿ ਸਾਤੋਂ ਕਾਫੀ ਉਮਰ ਵਿੱਚ ਵੀ ਵੱਡੇ ਸੀ, ਅਸੀਂ ਤਾਂ ਬਚਪਨ ਦੇ ਵਿੱਚ ਜਿਹਨਾਂ ਉਹਨਾਂ ਨੂੰ ਦੇਖਿਆ ਹੈ। ਕੋਈ 2-4 ਘਟਨਾਵਾਂ ਜਿਹੜੀਆਂ, ਇੱਕ ਹੁੰਦਾ ਸੁਣੀ ਸੁਣਾਈ ਗੱਲ ਹੁੰਦੀ ਹੈ, ਇੱਕ ਜਿਹੜੀ ਅੱਖੀਂ ਦੇਖੀ ਹੁੰਦੀ ਆ, ਆਪਣੇ ਨਾਲ ਘਟਨਾ ਜਿਹੜੀ ਹੋਵੇ ਉਹਦਾ ਹੀ ਜ਼ਿਕਰ ਕਰਨਾ ਚਾਹੀਦਾ, ਕਿਉਂਕਿ ਉਹ ਬੰਦੇ ਨੇ ਆਪ ਦੇਖੀ ਹੁੰਦੀ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ। ਸੋ ਬੜੀ ਨੇੜੇ ਉਹਨਾਂ ਨੂੰ ਦੇਖਿਆ ਹੈ। ਭਾਵੇਂ ਕਿ ਮਿਲਟਰੀ ਦਾ ਆਪ ਜੀ ਨੂੰ ਪਤਾ ਹੀ ਹੈ, ਮਿਲਟਰੀ ਦਾ ਇੱਕ ਅਲੱਗ ਸਿਸਟਮ ਹੁੰਦਾ ਹੈ, ਸਾਡੀ ਆਮ ਜਿਹੜੀ ਜੀਵਨ ਹੈ ਉਹਦੇ ਨਾਲੋਂ ਡਿਫਰੈਂਟ ਉਹਨਾਂ ਦਾ ਰਹਿਣ ਸਹਿਣ ਜਿਹੜਾ ਹੈ ਉਹਦਾ ਫਰਕ ਹੁੰਦਾ ਹੈ, ਕਿਉਂਕਿ ਕਿਸੇ ਵੀ ਸਿਸਟਮ ਦੇ ਵਿੱਚ ਉਹ ਜਿਹੜੇ ਉਹਨਾਂ ਨੂੰ ਢਾਲਿਆ ਜਾਂਦਾ ਹੈ। ਇਸ ਕਰਕੇ ਜਿਹੜਾ ਉਹਨਾਂ ਦਾ ਸੁਭਾਅ ਹੈ ਜਾਂ ਉਹਨਾਂ ਦਾ ਰਹਿਣ ਦਾ ਹਰੇਕ ਤਰ੍ਹਾਂ ਦਾ ਜਿਹੜਾ ਆਪਣੇ ਨਾਲੋਂ ਅਲੱਗ ਹੁੰਦਾ ਹੈ। ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸੁਭਾਅ ਉਹਨਾਂ ਦਾ ਸਖਤ ਹੈ, ਪਰ ਉਹ ਇੱਕ ਸੱਚਾਈ ਹੁੰਦੀ ਹੈ। ਸਾਡੇ ਜੀਵਨ ਵਿੱਚ ਹਲੇ ਕੋਈ ਨਾ ਕੋਈ ਉਲਟਾਈ ਰਹਿ ਸਕਦੀ ਹੈ। ਉਹਨਾਂ ਵੱਲੋਂ ਜੋ ਕਿਹਾ ਹੁੰਦਾ ਲਫ਼ਜ਼ ਹੈ ਉਹ ਬਹੁਤ ਹੀ ਤੋਲਿਆ ਹੁੰਦਾ ਹੈ ਅਤੇ ਆਪਣੇ ਜੀਵਨ ਵਿੱਚ ਢਾਲਿਆ ਹੁੰਦਾ ਹੈ। ਸੋ ਮੈਂ ਬਚਪਨ ਦੀ ਇੱਕ ਘਟਨਾ ਜਿਹੜੀ ਅੱਗੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੋਵੇਗਾ, ਬੈਠੇ ਬੈਠੇ ਮੈਨੂੰ ਯਾਦ ਆ ਗਈ, ਕਿਉਂਕਿ ਸਰਦਾਰ ਲਖਵੀਰ ਸਿੰਘ ਜੀ ਕਹਿੰਦੇ ਕੋਈ ਜ਼ਿਆਦਾ ਸਮਾਂ ਹੁਣ ਨਾ ਹੋਣ ਕਰਕੇ 2-4 ਮਿੰਟ ਤੁਸੀਂ ਲਾਉਣੇ, ਉਸ ਤੋਂ ਬਾਅਦ ਆਈਆਂ ਸੰਗਤਾਂ ਜਿਹੜਾ ਧੰਨਵਾਦ ਆ ਭਾਈ ਸਾਹਿਬ ਗੁਰਚਰਨ ਸਿੰਘ ਜੀ ਨੌਰਵੇ, ਉਹ ਵੀ ਆਪਣੇ ਨਾਲ 2-4 ਮਿੰਟ ਵਾਸਤੇ ਪਹੁੰਚਾ, ਜਿੰਨਾ ਵੀ ਸਾਂਝ ਆਪ ਜੀ ਨਾਲ ਪਾਉਣਗੇ। ਸੋ ਬਚਪਨ ਦੀ ਘਟਨਾ ਜੋ ਕਿ ਕਲਕੱਤੇ ਵਾਲਿਆਂ ਦਾ ਜਿਹੜਾ ਸਕੂਲ ਉਸ ਟਾਈਮ ਉਹ ਜੋ ਖੁਰਦਾ ਨੂੰ ਸੜਕ ਜਾਂਦੀ ਹੈ, ਉੱਥੇ ਸਕੂਲ ਥੋੜ੍ਹਾ ਚਿਰ ਰਿਹਾ ਹੈ, ਪ੍ਰਾਇਮਰੀ ਸਕੂਲ। ਉਸ ਟਾਈਮ ਦੀ ਘਟਨਾ ਹੈ। 5-4 ਅਸੀਂ, ਮੈਨੂੰ ਨਾਮ ਤਾਂ ਨਹੀਂ ਯਾਦ ਹੈ ਮੇਰੇ ਨਾਲ ਕਿਹੜਾ ਉਸ ਟਾਈਮ ਸਟੂਡੈਂਟ ਸੀ, ਅਸੀਂ ਜਾ ਰਹੇ ਸੀ। ਉਸ ਟਾਈਮ ਇਹਨਾਂ ਨੇ ਬਿਲਕੁਲ ਨਵੀਂ ਨਿਊ ਕਾਰ ਜਿਹੜੀ ਆ ਉਸ ਟਾਈਮ ਆਈ ਸੀ, ਜੋ ਫੀਐਟ ਕਾਰ, ਕਿਉਂਕਿ 2 ਹੀ ਕਾਰਾਂ ਜ਼ਿਆਦਾ ਮਸ਼ਹੂਰ ਸੀ ਉਸ ਟਾਈਮ, ਫੀਐਟ ਅਤੇ ਅੰਬੈਸਡਰ, ਇਹ ਤਕਰੀਬਨ ਹੁੰਦੀਆਂ ਸੀ। ਉਸ ਟਾਈਮ ਨਵੀਂ ਕਾਰ ਬਿਲਕੁਲ
ਅੰਕਲ ਜੀ ਉਹਨੇ ਲਿਆਂਦੀ ਸੀ। ਸੋ ਅਸੀਂ ਕਿਉਂਕਿ ਬਚਪਨ ਵਿੱਚ ਆਪ ਜੀ ਨੂੰ ਪਤਾ ਹੈ ਸਾਰੇ ਬੱਚਿਆਂ ਨੂੰ ਬੜਾ ਚਾਅ ਹੁੰਦਾ ਹੈ, ਜੇ ਕੋਈ ਨਵੀਂ ਚੀਜ਼ ਦੇਖ ਲਈਏ ਤਾਂ ਉਹਦੇ ਦੁਆਲੇ ਆਪਾਂ ਸਾਰੇ ਹੀ ਲੱਗ ਜਾਈਦਾ ਵੀ ਇੱਕ ਨਵੀਂ ਚੀਜ਼ ਆਈ ਹੈ। ਕਿਉਂਕਿ ਸਾਡੇ ਲਈ ਉਸ ਟਾਈਮ ਉਹ ਇੱਕ ਜਹਾਜ਼ ਹੀ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਇੱਕ ਮਸ਼ੀਨਰੀ ਦੀ ਘਾਟ ਹੁੰਦੀ ਸੀ। ਇਸ ਕਰਕੇ ਅਸੀਂ ਉਹਨੂੰ ਚੰਗੀ ਤਰ੍ਹਾਂ ਦੇਖਣ ਲੱਗ ਗਏ, ਦੂਰੋਂ ਨੇੜਿਓਂ ਜਾ ਕੇ ਕੋਲ ਬਿਲਕੁਲ। ਤੇ ਦੇਖਦਿਆਂ ਜਾਨੂੰ ਬਾਬਾ ਜੀ ਹੁਣੀ ਅੰਦਰੋਂ ਨਿਕਲੇ ਆਏ ਕੈਪਟਨ ਸਾਹਿਬ। ਅਸੀਂ ਸਾਰੇ ਡਰ ਗਏ ਕਿਉਂਕਿ ਉਹਨਾਂ ਦਾ ਸੁਭਾਅ ਜਿਹੜਾ ਸੀ ਕਾਫੀ ਸਖਤ ਸੀ, ਇਸ ਕਰਕੇ ਅਸੀਂ ਸਾਰੇ ਡਰ ਗਏ ਤੇ ਥੋੜਾ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਸਾਨੂੰ ਕਹਿੰਦੇ ਰੁਕ ਜਾਓ, ਆ ਜਾਓ ਕੋਲ ਨੂੰ ਆਓ ਸਾਡੇ। ਕਹਿੰਦੇ ਕੀ ਦੇਖਦੇ ਆ, ਸਾਨੂੰ ਪੁੱਛਿਆ ਉਹਨਾਂ ਨੇ। ਥੋੜਾ ਡਰ ਵੀ ਸੀ ਮਨ ਦੇ ਵਿੱਚ, ਫਿਰ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਦੇਖ ਰਹੇ ਸੀ ਕਿ ਨਵੀਂ ਕਾਰ ਆ, ਇਹਦੇ ਵਿੱਚ ਗੇਅਰ ਹੈ ਨਹੀਂ। ਤੇ ਉਹ ਸਾਡੇ ਮਨ ਦੀ ਗੱਲ ਸੀਗੀ, ਅਸੀਂ ਉਹ ਦੱਸਿਆ ਉਹਨਾਂ ਨੂੰ, ਕਿਉਂਕਿ ਆਮ ਤੌਰ 'ਤੇ ਜਿਹੜਾ ਗੇਅਰ ਹੈ ਥੱਲੇ ਹੱਥ ਵਾਲਾ ਗੇਅਰ ਤਾਂ ਅਸੀਂ ਦੇਖਿਓ ਸੀਗਾ, ਹੋਰ ਤਾਂ ਅਸੀਂ ਸਾਨੂੰ ਨਹੀਂ ਜ਼ਿਆਦਾ ਨੌਲੇਜ ਸੀਗੀ ਉਹਦੇ ਬਾਰੇ ਵਿੱਚ। ਉਹ ਥੋੜਾ ਜਿਹਾ ਮੁਸਕਰਾਏ ਵੀ ਤੇ ਉਹਨਾਂ ਨੇ ਜਾਣੀ ਬੜੇ ਮੇਰੇ ਮਨ ਨੂੰ ਗੱਲ ਲੱਗ ਰਹੀ ਆ, ਕਿਉਂਕਿ ਹੋ ਸਕਦਾ ਸੀ ਨਵੀਂ ਕਾਰ ਸੀ, ਜੇ ਕੋਈ ਹੋਰ ਬੰਦਾ ਹੁੰਦਾ ਤਾਂ ਸਾਡੇ 2-4 ਲਾਉਂਦਾ ਵੀ ਕਿ ਕਿਉਂਕਿ ਸਕ੍ਰੈਚ ਵਗੈਰਾ ਵੀ ਹੋ ਸਕਦਾ ਵੀ ਸਕ੍ਰੈਚ ਨਾ ਪਾ ਦੇਣਾ ਜਾਂ ਕਿਸ ਤਰ੍ਹਾਂ ਇਦਾਂ ਦੇ ਮਨ ਵਿੱਚ ਹੁੰਦੀ ਹੈ। ਪਰ ਉਹਨਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਾਨੂੰ ਕੋਲ ਬੁਲਾਇਆ ਔਰ ਚਾਰੇ ਜਿਹੜੀਆਂ ਤਾਕੀਆਂ ਮੈਨੂੰ ਯਾਦ ਹੈ ਕਿ ਉਹ ਚਾਰੇ ਤਾਕੀਆਂ ਗੱਡੀ ਦੀਆਂ ਖੋਲ੍ਹ ਦਿੱਤੀਆਂ ਤੇ ਸਾਨੂੰ ਕਹਿੰਦੇ ਵਿੱਚ ਬੈਠੋ ਗੱਡੀ ਦੇ। ਜਿੱਦਾਂ ਵੀ ਸੀਗੇ 5-4 ਜਣੇ ਅਸੀਂ ਵਿੱਚ ਬਹਿ ਗਏ ਉਹਦੇ ਗੱਡੀ ਦੇ ਵਿੱਚ ਤੇ ਸਾਨੂੰ ਨਹੀਂ ਸਮਝਾਉਣ ਲੱਗ ਗਿਆ, ਕਹਿੰਦੇ ਆਹ ਦੇਖੋ ਜਿਹੜਾ ਗੇਅਰ ਜਿਹੜਾ ਇਹਦਾ ਪਹਿਲਾਂ ਥੱਲੇ ਹੁੰਦਾ ਸੀ, ਹੁਣ ਇਹ ਨਵੀਂ ਤਕਨੀਕ ਦੇ ਨਾਲ ਜਿਹੜਾ ਤੁਸੀਂ ਸਾਰੇ ਤਕਰੀਬਨ ਜਾਣਦੇ ਹੋ ਕਿ ਜਿਹੜੀ ਫੀਅਟ ਗੱਡੀ ਆ ਉਹਦਾ ਹੱਥ ਦੇ ਵਿੱਚ ਗੇਅਰ ਹੁੰਦਾ ਸੀ। ਉਹ ਸਾਨੂੰ ਸਮਝਾਇਆ ਉਹਨਾਂ ਨੇ ਕਿ ਆਹ ਜਿਹੜਾ ਇਹਦਾ ਲੀਵਰ ਆ ਇਹ ਗੇਅਰ ਦਾ ਲੀਵਰ ਆ। ਤੇ ਮੈਨੂੰ ਹਲੇ ਤੱਕ ਵੀ ਉਹ ਜਿਹੜੀ ਘਟਨਾ ਯਾਦ ਹੈ, ਇਸ ਕਰਕੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਦੱਸਿਆ ਵੀ ਔਰ ਸਮਝਾਇਆ ਵੀ ਔਰ ਗੱਡੀ ਵਿੱਚ ਬੈਠਣ ਦਾ ਮੌਕਾ ਵੀ ਦਿੱਤਾ। ਇੱਕ ਵੱਡੀ ਗੱਲ ਸੀਗੀ ਕਿਉਂਕਿ ਉਸ ਟਾਈਮ ਗੱਡੀਆਂ ਘੱਟ ਸੀਆਂ, ਇਸ ਕਰਕੇ ਸਾਨੂੰ ਬੜਾ ਚੰਗਾ ਲੱਗਾ, ਮਨ ਨੂੰ ਬੜਾ, ਕਿਉਂਕਿ ਉਸ ਟਾਈਮ ਤਾਂ ਨਹੀਂ ਪਤਾ ਸੀ, ਬਚਪਨ ਸੀ। ਪਰ ਹੁਣ ਕਈ ਵਾਰੀ ਜਦੋਂ ਯਾਦ ਕਰਦੇ ਆ ਉਹਨਾਂ ਦੀ ਇਹ ਗੱਲ ਤਾਂ ਮਨ ਨੂੰ ਥੋੜਾ ਸਕੂਨ ਵੀ ਮਿਲਦਾ ਕਿ ਇੰਨਾ ਕੁਝ ਹੁੰਦੇ ਹੋਏ ਫਿਰ ਵੀ ਉਹਨਾਂ ਨੇ ਜਿਹੜਾ ਬਚਪਨ ਦੇ ਵਿੱਚ ਸਾਨੂੰ ਸਾਡਾ ਮਨ ਨੂੰ ਦਿਖਾਇਆ ਨਹੀਂ ਕਿ ਨਹੀਂ ਤਾਂ ਸਾਨੂੰ ਦਫ ਕੇ ਵੀ ਮਾਰ ਸਕਦੇ ਸੀ ਕਿ ਚਲੋ ਭੱਜੋ ਇੱਥੋਂ, ਗੱਡੀ ਨੂੰ ਕਿਸੇ ਸਕ੍ਰੈਚ ਨਾ ਪਾ ਦਿਓ। ਤੇ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਦੂਰੋਂ ਬੰਦਾ ਥੋੜਾ ਸਖਤ ਵੀ ਲੱਗਦਾ, ਪਰ ਜਦੋਂ ਕੋਲ ਜਾਂਦੇ ਆ ਉਹਦੇ ਵਿਚਾਰ ਸੁਣਦੇ ਆ ਫਿਰ ਪਤਾ ਲੱਗਦਾ ਕਿ ਇਹਦੇ ਅੰਦਰ ਕੀ ਕੁਛ ਹੈ, ਨਰਮਾਈ ਕਿੰਨੀ ਹੈ ਇਹਦੇ ਅੰਦਰ। ਕਈ ਵਾਰੀ ਬੰਦਾ ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ, ਮੈਂ ਵੀ ਦਾਅਵਾ ਵੀ ਨਹੀਂ ਕਰਦਾ ਕਿ ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਹੋਊਗਾ, ਪਰ ਫਿਰ ਵੀ ਮੈਂ ਜੋ ਸਾਡੇ ਨਾਲ ਬੀਤੀ ਹੋਈ ਘਟਨਾਵਾਂ ਉਹਦੇ ਬਾਰੇ ਦਾ ਮੈਂ ਜ਼ਿਕਰ ਕਰ ਰਿਹਾ ਹਾਂ। ਦੂਸਰੀ ਘਟਨਾ ਜਿਹੜੀ ਆ ਉਹ ਮੈਂ ਭਾਈ ਸਾਹਿਬ ਬੈਠੇ ਆ ਸੰਗਤ ਦੇ ਵਿੱਚ, ਕਿਉਂਕਿ ਮੈਂ ਇਹਨਾਂ ਨੂੰ ਇਕੱਲਿਆਂ ਨਾਲ ਵੀ ਪਰਸਨਲੀ ਤੌਰ 'ਤੇ ਵੀ ਇਹ ਗੱਲ ਕਰ ਸਕਦਾ ਸੀ, ਕਿਉਂਕਿ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਔਰ ਸਾਡੀ ਗੱਲ ਮੰਨਦੇ ਵੀ ਆ, ਸੁਣਦੇ ਵੀ ਆ। ਪਰਸਨਲੀ ਬੈਠ ਕੇ ਵੀ ਮੈਂ ਇਹਨਾਂ ਨਾਲ ਗੱਲ ਕਰ ਸਕਦਾ ਸੀ, ਪਰ ਬੈਠੇ ਮੇਰੇ ਮਨ 'ਚ ਵਿਚਾਰ ਆ ਕਿ ਇਹ ਵਿਚਾਰ ਜਿਹੜੀ ਸੰਗਤ ਵਿੱਚ ਹੀ ਕਰਨੇ ਬਣਦੇ ਆ, ਕਿਉਂਕਿ ਉਹਨਾਂ ਨੇ ਵੀ ਇਹ ਜਿਹੜੀ ਸੰਗਤ ਦੇ ਵਿੱਚ ਇਹੀ ਵਿਚਾਰ ਰੱਖੀ ਸੀ। ਉਹਨਾਂ ਨੂੰ ਹੀ ਅੱਗੇ ਤੋਰਦੇ ਹੋਏ ਮੈਂ ਰਿਕਵੈਸਟ ਕਰਾਂਗਾ ਭਾਜੀ ਉਹਨਾਂ ਨੂੰ, ਅੱਗੇ ਵੀ ਮੈਂ ਬੇਨਤੀ ਵੈਸੇ ਨਰਮ ਜੀ ਕੀਤੀ ਸੀ, ਹੁਣ ਮੈਂ ਸੰਗਤ ਦੇ ਵਿੱਚ ਬੇਨਤੀ ਪਹਿਲੀ ਵਾਰ ਕਰ ਰਿਹਾ ਇਹਨਾਂ ਨੂੰ। ਉਸੇ ਗੱਡੀ ਦਾ ਜ਼ਿਕਰ ਮੈਂ ਦੁਬਾਰਾ ਇਸ ਕਰਕੇ ਕਰ ਰਿਹਾ ਕਿ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਤੋਂ ਇੱਕ ਅਨਾਉਂਸਮੈਂਟ ਕਰਾਈ ਸੀਗੀ ਉਸ ਟਾਈਮ ਜਦੋਂ ਉਹਨਾਂ ਨੇ ਗੱਡੀ ਲਿਆਂਦੀ ਕਿ ਪਿੰਡ ਦੇ ਵਿੱਚ ਕਦੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਜੋ ਬਿਮਾਰੀ ਦੇ ਕਾਰਨ ਜਿਹੜਾ ਮਰੀਜ਼ ਆ, ਕੋਈ ਰਾਤ ਨੂੰ 10-11 ਵਜੇ 12 ਵਜੇ ਜਦੋਂ ਵੀ ਕੋਈ ਬਿਮਾਰ ਹੋ ਜਾਵੇ, ਤੁਸੀਂ ਇਹ ਨਹੀਂ ਸੋਚਣਾ ਕਿ ਇਹਨੂੰ ਲੈ ਕੇ ਕਿਵੇਂ ਜਾਣਾ ਹੈ। ਆਪਾਂ ਬੇਝਿਜਕ ਹੋ ਕੇ ਤੁਸੀਂ ਆ ਕੇ ਮੇਰਾ ਦਰਵਾਜ਼ਾ ਖੜਕਾਉਣਾ ਆ ਔਰ ਮੈਂ ਉਸ ਮਰੀਜ਼ ਨੂੰ ਹਸਪੀਟਲ ਤੱਕ ਫ੍ਰੀ ਲੈ ਕੇ ਜਾਊਂਗਾ। ਇਹ ਗੱਲ ਮੈਨੂੰ ਹਜੇ ਤੱਕ ਯਾਦ ਹੈ। ਤੁਸੀਂ ਵੀ ਸਾਰੇ ਬੈਠੇ ਹੋ, ਸਿਆਣੇ ਬੰਦੇ ਬੈਠੇ ਆ, ਉਹਨਾਂ ਨੂੰ ਪਤਾ ਹੋਣਾ, ਕਈਆਂ ਨੂੰ ਲੈ ਕੇ ਵੀ ਗਏ ਹੋਣਗੇ ਉਹ, ਕਿ ਜਦੋਂ ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ, ਤੁਸੀਂ ਸਾਰੇ ਜਾਣਦੇ ਹੋ ਕਿ ਕਈ ਵਾਰੀ ਤਾਂ ਬੰਦਾ ਨਾ ਇਸ ਕੋਲੋਂ ਹੀ ਮਰ ਜਾਂਦਾ ਕਿ ਉਹਨੂੰ ਆਪਾਂ ਸਮੇਂ ਸਿਰ ਹਸਪੀਟਲ ਨਹੀਂ ਪਹੁੰਚਾ ਪਾਉਂਦੇ। ਤੇ ਬਹੁਤ ਸਾਰੀਆਂ ਘਟਨਾਵਾਂ ਸਾਡੇ ਪਿੰਡ ਵਿੱਚ ਵੀ ਦਿਖਾਉਣ ਵਰਤ ਰਹੇ ਹਨ ਕਿ ਸਮੇਂ ਸਿਰ ਉਹਨਾਂ ਨੂੰ ਆਕਸੀਜਨ ਨਹੀਂ ਮਿਲ ਸਕੀ, ਜਿਹਦੇ ਕਰਕੇ ਜਿਹੜੀ ਆ ਉਹਨਾਂ ਨੂੰ ਇਸ ਦੁਨੀਆ ਤੋਂ ਜਾਣਾ ਪਿਆ। ਬਾਕੀ ਜਿਹੜਾ ਸਵਾਸ ਆ ਉਹ ਤਾਂ ਪਰਮਾਤਮਾ ਦੇ ਹੱਥ ਹੈ, ਫਿਰ ਵੀ ਆਪਣੀ ਕੋਸ਼ਿਸ਼ ਕਰਨੀ ਜਿਹੜੀ ਆ ਇਨਸਾਨੀਅਤ ਦੇ ਰੂਪ ਦੇ ਵਿੱਚ ਆਪਾਂ ਆਏ ਆ, ਉਹ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਇਹ ਅਨਾਉਂਸਮੈਂਟ ਕਰਾਈ ਸੀ, ਮੈਨੂੰ ਯਾਦ ਆ
ਤੇ ਭਾਈ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਉਪਰਾਲਾ ਜਿਹੜਾ ਪਿੰਡ ਦੇ ਵਿੱਚ ਕੋਈ ਵੀ ਜਿਹੜੀ ਐਂਬੂਲੈਂਸ, ਕਿਉਂਕਿ ਉਹਨਾਂ ਕੋਲ ਇਸ ਵੇਲੇ ਪਰਮਾਤਮਾ ਦੀ ਬੜੀ ਕਿਰਪਾ ਆ ਔਰ ਉਹ ਆਲੇ ਦੁਆਲੇ ਵਿੱਚ ਸਾਰੀਆਂ ਜਿਹੜੇ ਆਪਣੇ ਇਲਾਕੇ ਦੇ ਵਿੱਚ ਸੇਵਾਵਾਂ ਕਰ ਰਹੇ ਆ। ਇਸ ਕਰਕੇ ਉਹ ਜਿਹੜੀ ਇਹ ਕੋਈ ਵੱਡੀ ਗੱਲ ਨਹੀਂ ਹੈ। ਇੱਕ ਛੋਟੀ ਜਿਹੀ ਐਂਬੂਲੈਂਸ ਜਿਹੜੀ ਆ, ਭਾਵੇਂ ਕਿ ਉਹ ਉਹਨਾਂ ਦੇ ਹੀ ਮੋਰਲੈਂਡ ਵਿੱਚ ਖੜੀ ਹੋਵੇ ਜਾਂ ਕਿਤੇ ਵੀ ਸਾਂਝੀ ਜਗ੍ਹਾ ਤੇ ਖੜੀ ਹੋਵੇ, ਕਦੀ ਵੀ ਲੋੜ ਪਵੇ ਤਾਂ ਜਿਹੜਾ ਇਹ ਮੇਰੇ ਖਿਆਲ 'ਚ ਉਹਨਾਂ ਦੇ ਇਸ ਗੋਲਾਂ ਨੂੰ ਸਮਰਪਿਤ ਹੋਏਗੀ। ਉਹਨਾਂ ਨੂੰ ਆਪਾਂ ਜਿੰਦਾ ਰੱਖ ਸਕਾਂਗੇ ਕਿ ਉਹ ਇਸ ਤਰ੍ਹਾਂ ਦੀ ਸੋਚ ਰੱਖਦੇ ਸੀ ਕਿ ਕੋਈ ਵੀ ਬੰਦਾ ਜਿਹੜਾ ਲੋੜਵੰਦ ਆ ਉਹ ਕਦੀ ਵੀ ਮੈਨੂੰ ਕਵੇ ਆ ਕੇ ਘਰ ਕਿ ਮੈਂ ਉਹਨਾਂ ਨੂੰ ਲੈ ਕੇ ਜਾਵਾਂਗਾ ਹਸਪੀਟਲ। ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਘਰ ਜਾ ਕੇ ਸੋਚਿਓ, ਕਈ ਵਾਰੀ ਆਪਾਂ ਕਿਸੇ ਦਾ ਕੁੰਡਾ ਵੀ ਖੜਕਾਉਂਦੇ ਆ ਨਾ, ਉਹਦੇ ਅੰਦਰ ਦੀ ਭਾਵਨਾ ਹੁੰਦੀ ਹੈ ਕਿ ਉਹ ਲੈ ਕੇ ਜਾਊਗਾ ਕਿ ਨਹੀਂ ਜਾਊਗਾ। ਕਈ ਵਾਰ ਉਹ ਜਵਾਬ ਵੀ ਦਿੰਦਾ ਕਿ ਗੱਡੀ 'ਚ ਤੇਲ ਘੱਟ ਆਇਆ ਜਾਂ ਕੁਛ ਆ। ਇਸ ਤਰ੍ਹਾਂ ਦੀਆਂ ਤੁਹਾਨੂੰ ਮਿਲੂਗੀਆਂ ਉਦਾਹਰਨਾਂ। ਤੇ ਪਰ ਇਹ ਬਹੁਤ ਇੱਕ ਵੱਡੀ ਗੱਲ ਹੁੰਦੀ ਹੈ ਜੇ ਕਿਸੇ ਮਰਦੇ ਇਨਸਾਨ ਨੂੰ ਤੁਸੀਂ ਬਚਾ ਲਓ, ਉਹਦੀ ਕੋਸ਼ਿਸ਼ ਕਰੋ। ਬਚਣਾ ਜਾਂ ਨਹੀਂ ਬਚਣਾ ਇਹ ਤਾਂ ਉਹਦੇ ਹੱਥ ਵਾਸਤੇ ਆ, ਪਰ ਕੋਸ਼ਿਸ਼ ਸਾਡੀ ਬਣਦੀ ਆ। ਕਈ ਵਾਰੀ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਖਬਰਾਂ ਵੀ ਸੁਣਦੇ ਹੋਵੋਗੇ, ਕਈ ਬੰਦੇ ਕਹਿੰਦੇ ਆ ਜੀ ਸਾਡੀ ਸੀਟ ਖਰਾਬ ਹੋ ਜਾਣੀ ਆ। ਸੀਟ ਦੁਆਰਾ ਬਦਲੀ ਜਾ ਸਕਦੀ ਹੈ ਪਰ ਇਨਸਾਨ ਦੁਆਰਾ ਨਹੀਂ ਆ ਸਕਦਾ। ਇਸ ਕਰਕੇ ਮੈਂ ਹੱਥ ਜੋੜ ਕੇ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਹੁਣ ਭਾਈ ਸਾਹਿਬ ਨੂੰ ਥੋੜਾ ਸਮਾਂ ਦਿੱਤਾ ਜਾਣਾ ਹੈ। ਉਹ ਆਈ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਔਰ ਉਹ ਸ਼ਖਸੀਅਤ ਜਿਹੜੀ ਸਾਡੇ ਕੋਲੋਂ ਕਈ ਸਾਲ ਪਹਿਲਾਂ ਵਿਛੜ ਗਏ ਸੀ, ਸਤਿਗੁਰੂ ਜੀ ਬਖਸ਼ਿਸ਼ ਕਰਨ। ਜਿਸ ਵੀ, ਕਿਉਂਕਿ ਜਿਹੜੀ ਆਤਮਾ ਕਦੀ ਮਰਦੀ ਨਹੀਂ, ਆਤਮਾ ਨੂੰ ਫਿਰ ਜਨਮ ਲੈਣਾ ਪੈਂਦਾ ਹੈ। ਕਿਸੇ ਵੀ ਜਨਮ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਆਉਣਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਿੱਤਰ ਜੋਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਾਡੇ ਸਤਿਕਾਰਯੋਗ ਕੈਪਟਨ ਜਗ ਸਿੰਘ ਜੀ ਦੀ ਨਿੱਘੀ ਯਾਦ ਦੇ ਵਿੱਚ ਜੋ ਅੱਜ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਕਰਾਏ ਗਏ ਹਨ, ਆਪ ਸਭ ਹਾਜ਼ਰੀਆਂ ਭਰ ਰਹੇ ਹੋ। ਬੇਸ਼ੱਕ ਮੌਸਮ ਬਹੁਤ ਜ਼ਿਆਦਾ ਗਰਮ ਹੈ ਤੇ ਆਪ ਸਭ ਨੂੰ ਪਰਸਨਲ ਤੌਰ ਤੇ ਵੀ ਮੇਰਾ ਖਿਆਲ ਸੁਨੇਹਾ ਨਹੀਂ ਗਿਆ, ਚੌਕੀਦਾਰ ਰਾਹੀਂ ਸੁਨੇਹਾ ਭੇਜਿਆ, ਪਰ ਇੰਨੀ ਗਰਮੀ ਦੇ ਵਿੱਚ ਆਪ ਨੇ ਇਸ ਉਹਨਾਂ ਦੇ ਨਿੱਕੇ ਜਿਹੇ ਸੱਦੇ ਤੇ ਸ਼ਮੂਲੀਅਤ ਕੀਤੀ ਹੈ ਸਮਾਗਮ ਦੇ ਵਿੱਚ। ਸੋ ਇਸ ਲਈ ਗੁਰਚਰਨ ਸਿੰਘ ਜੀ ਨੌਰਵੇ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਆਪ ਉਹਨਾਂ ਦੇ ਨਿੱਕੇ ਨਿੱਕੇ ਛੋਟੇ ਜਿਹੇ ਸੱਦੇ ਤੇ ਇਸ ਸਮਾਗਮ ਦੇ ਵਿੱਚ ਪਹੁੰਚੇ। ਆਪ ਸਭ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਸੋ ਜਿਹੋ ਜਿਹਾ ਸਮਾਂ ਚੱਲ ਰਿਹਾ, ਜਿੱਦਾਂ ਦੇ ਸਮੇਂ 'ਚ ਆਪਾਂ ਹੁਣ ਗੁਜ਼ਰ ਰਹੇ ਹਾਂ, ਜੋ ਕੁਛ ਆਪਾਂ ਨਿੱਤ ਟੀਵੀਆਂ ਤੇ ਜਾਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ, ਮਾਪਿਆਂ ਦਾ ਤੇ ਉਹਦੀ ਔਲਾਦ ਦਾ ਕੋਈ ਬਹੁਤਾ ਹੁਣ ਕੋਈ ਉੱਦਾਂ ਦਾ ਰਿਸ਼ਤਾ ਨਹੀਂ ਰਿਹਾ। ਬਹੁਤਿਆਂ ਦਾ, ਜਾਣ ਕੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਚੰਗੇ ਵੀ ਨੇ, ਨਿੱਕੀ ਨਿੱਕੀ ਦੀ ਖਲ ਦੇ ਖਾਤਰ ਜਿਹੜੇ ਬੱਚੇ ਆਪਣੇ ਮਾਂ-ਬਾਪ ਦਾ ਕਤਲ ਕਰ ਰਹੇ ਆ। ਸੋ ਆਪਾਂ ਫਿਰ ਵੀ ਚੰਗੇ ਆ, ਜਾਂ ਮੈਂ ਕਹਿੰਦਾ ਉਹਨਾਂ ਦੇ ਚੰਗੇ ਹੱਥ ਭਾਗ ਆ, ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਆ ਜਿਹੜੇ ਆਪਣੇ ਮਾਪਿਆਂ ਨੂੰ ਯਾਦ ਕਰਦੇ ਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਜਿਹੜਾ ਕੀਰਤਨ ਦਾ ਮੇਨ ਕੇਂਦਰੀ ਭਾਵ ਇਹੀ ਸੀ ਵਿੱਚ ਦੁਨੀਆ ਸੇਵ ਮਾਈਏ ਤਾਂ ਦਰਗਾਹ ਵੈਸਣ ਪਾਈਏ। ਸਾਰੇ ਕੀਰਤਨ ਦਾ ਕੇਂਦਰੀ ਭਾਵ ਇਹੀ ਸਾਡੇ
ਕੀਰਤਨੀ ਸਿੰਘਾਂ ਨੇ ਰੱਖਿਆ। ਸੋ ਸੰਸਾਰ ਦੇ ਵਿੱਚ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਹੜੇ ਆਪਣੇ ਲਈ ਨਹੀਂ ਜੀਂਦੇ, ਦੂਸਰਿਆਂ ਲਈ ਵੀ ਜੀਂਦੇ। ਸੋ ਇਸ ਗੱਲ ਨੂੰ ਸਾਡੇ ਸਤਿਕਾਰਯੋਗ ਗੁਰਚਰਨ ਸਿੰਘ ਜੀ ਨੌਰਵੇ ਜੀ, ਮੈਂ ਇਸ ਗੱਲ ਕਰਕੇ ਨਹੀਂ ਇਹ ਗੱਲ ਕਰ ਰਿਹਾ ਕਿ ਮੈਂ ਉੱਥੇ ਕੰਮ ਕਰਦਾ, ਮੈਂ ਇਸ ਕਰਕੇ ਇਹ ਗੱਲ ਨਹੀਂ ਕਰ ਰਿਹਾ ਕਿ ਮੈਂ ਕਾਫੀ ਚਿਰ ਤੋਂ ਉਹਨਾਂ ਦੇ ਜ਼ਿਆਦਾ ਨਜ਼ਦੀਕ ਹਾਂ। ਜੇ ਮੈਂ ਉਹਨਾਂ ਦੇ ਜ਼ਿਆਦਾ ਨਜ਼ਦੀਕ ਹਾਂ ਤਾਂ ਮੈਂ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਕੁਝ ਨਿੱਜੀ ਤੌਰ ਤੇ ਵੀ ਜਾਣਦਾ। ਗੁਰਬਾਣੀ ਦੇ ਵਿੱਚ ਵੀ ਸਾਨੂੰ ਗੁਰੂ ਸਾਹਿਬ ਜਿਹੜਾ ਉਪਦੇਸ਼ ਦੇ ਕੇ ਗਏ ਨੇ, ਦਇਆ ਦਾ, ਨਾਮ ਸਿਮਰਨ ਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ, ਉਹਨੂੰ ਪੂਰਨ ਰੂਪ ਦੇ ਵਿੱਚ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਹੁਣੇ ਵੱਡੇ ਵੀਰ ਸੁਖਵਿੰਦਰ ਸਿੰਘ ਜੀ ਨੇ ਜ਼ਿਕਰ ਕੀਤਾ ਸੀਗਾ ਉਹਨਾਂ ਦੀ ਗੱਡੀ ਦਾ, ਤੇ ਮੈਨੂੰ ਯਾਦ ਇੱਕ ਗੱਲ ਤਾਂ ਆ ਗਈ ਕਿ ਉਹ ਸਾਡੇ ਪਰਿਵਾਰ ਦੇ, ਸਾਡੇ ਘਰ ਨਾਲ ਹੀ ਜੁੜੀ ਹੋਈ ਸੀ। ਮੇਰਾ ਖਿਆਲ ਹੈ ਕਿ ਉਦੋਂ ਮੈਂ 7 ਜਾਂ 8 ਸਾਲ ਦਾ ਸੀਗਾ, ਜਦੋਂ ਮੇਰੇ ਇੱਕ ਛੋਟੇ ਮੇਰੇ ਚਾਚਾ ਜੀ ਆ, ਉਦੋਂ ਪਹਿਲਾਂ ਮਕਾਨ ਕੱਚੇ ਹੁੰਦੇ ਸੀ, ਵੱਡੀਆਂ ਵੱਡੀਆਂ ਕੰਧਾਂ ਜਿਹੜੀਆਂ ਹੁੰਦੀਆਂ ਸੀ ਮਿੱਟੀ ਦੀਆਂ ਕੱਚੀਆਂ ਜੋ, ਤੇ ਜਦੋਂ ਸਾਡਾ ਘਰ ਬਣ ਰਿਹਾ ਸੀਗਾ ਤੇ ਮੇਰੇ ਡੈਡੀ ਬਾਹਰੋਂ ਆਏ ਸੀ, ਅਸੀਂ ਆਪਣਾ ਮਕਾਨ ਬਣਾ ਰਹੇ ਸੀ ਤੇ ਅਸੀਂ ਪੁਰਾਣਾ ਮਕਾਨ ਢਾਹ ਰਹੇ ਸੀਗੇ, ਤੇ ਸਾਡੇ ਚਾਚਾ ਜੀ ਨੂੰ ਅੱਖਾਂ ਤੋਂ ਬਹੁਤ ਘੱਟ ਦਿਸਦਾ। ਉਹ ਨਾ ਜਦੋਂ ਨੇ ਥੱਲੇ ਕੰਧ ਤੇ ਉਹ ਸਾਫ਼ ਕਰ ਰਿਹਾ ਸੀ ਰੰਬੇ ਨਾਲ, ਤੇ ਉਹ ਕੰਧਾਂ ਜਿਹੜੀਆਂ ਉੱਪਰ ਡੇ ਪਈਆਂ ਉਹਦੇ 2-3 ਮਿੱਟੀ ਦੀਆਂ, ਤੇ ਮੇਰੇ ਕੋਲ 8-10 ਫੁੱਟ ਥੱਲੇ ਦਬ ਹੋ ਗਿਆ, ਤੇ 4-5 ਘੰਟੇ ਉਹ ਥੱਲੇ ਦਬਿਆ ਰਿਹਾ, ਤੇ ਮਸੀਂ ਉਹ ਲੋਕਾਂ ਨੇ ਹੱਥ ਮਾਰ ਮਾਰ ਕੱਢਿਆ, ਕਈ ਵੀ ਨਾ ਕੋਈ ਡਰਦਾ ਮਾਰੇ। ਤੇ ਜਦੋਂ ਉਹਨੂੰ ਥੱਲਿਓਂ ਕੱਢਿਆ ਗਿਆ ਤਾਂ ਪੂਰਾ ਮਤਲਬ ਕਿ ਸਮਝ ਲਓ ਵੀ ਉਹਦੀ ਆਸ ਨਹੀਂ ਸੀ ਬਚਣ ਦੀ, ਤੇ ਇਲਾਕੇ ਦੇ ਵਿੱਚ ਕੋਈ ਉਸ ਟਾਈਮ ਬਾਹਰ ਨਹੀਂ ਸੀ ਹੁੰਦਾ, ਨਾ ਇਹਨਾਂ ਦੀ ਇੱਕ ਗੱਡੀ ਹੁੰਦੀ ਸੀ। ਇਹਦਾ ਜ਼ਿਕਰ ਕੀਤਾ ਤੇ ਮੈਨੂੰ ਯਾਦ ਆ ਗਿਆ ਬੈਠੇ ਨੂੰ, ਸਾਡੇ ਪਰਿਵਾਰ ਨਾਲ ਗੱਲ ਜੁੜੀ ਹੋਈ ਆ, ਤੇ ਉਸ ਟਾਈਮ ਇਹਨਾਂ ਦੀ ਗੱਡੀ 'ਚ ਪਾ ਕੇ ਫਿਰ ਦਇਆਨੰਦ ਹਸਪਤਾਲ ਲੈ ਕੇ ਗਏ ਸੀਗੇ, ਤੇ ਖੈਰ ਉੱਥੇ ਪਰਮਾਤਮਾ ਦੀ ਮਿਹਰ ਹੋਈ ਤਾਂ ਅੱਜ ਉਹ ਇਸ ਸੰਸਾਰ ਦੇ ਵਿੱਚ ਮੇਰੇ ਚਾਚੇ ਜਿਹੜੇ ਜੀਂਦੇ ਨੇ। ਸੋ ਗੱਲ ਇਹ ਹੈ, ਵਾਹਿਗੁਰੂ ਨੇ ਦਿੱਤਾ ਸਾਰਿਆਂ ਨੂੰ ਆ, ਪਰ ਹੁਕਮ ਕਿਸੇ ਕਿਸੇ ਨੂੰ ਆ ਕਿ ਆਪਾਂ ਜਿਹੜਾ ਦਿੱਤਿਆ ਸਾਨੂੰ ਆਪਾਂ ਵਰਤਦੇ ਕਰਾਂ। ਸੋ ਦੁਨੀਆ ਦੇ ਵਿੱਚ ਆਇਆ ਉਹਨਾਂ ਦਾ ਹੀ ਸਫਲ ਹੈ ਜਿਹੜੇ ਆਪਣੇ ਲਈ ਘੱਟ ਜੀਂਦੇ ਨੇ ਤੇ ਦੂਜਿਆਂ ਲਈ ਵੱਧ ਜੀਂਦੇ ਨੇ। ਸੋ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਮੈਂ ਫੇਰ ਜਿੰਨੇ ਆਪ ਸਭ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹੋ, ਮੈਂ ਉਹਨਾਂ ਦੇ ਪਰਿਵਾਰ ਵੱਲੋਂ ਆਪ ਸਾਰਿਆਂ ਦਾ ਧੰਨਵਾਦ ਕਰਦਾ। ਤੇ ਹੁਣ ਗੁਰੂ ਕੇ ਲੰਗਰ ਤਿਆਰ ਨੇ, ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,